ਸਮੇਂ ਦੀ ਗੱਲ ਹੈ। ਇੱਕ ਰਾਜਾ ਸੀ ਜੋ ਆਪਣੀ 12 ਸੋਹਣੀਆਂ ਧੀਆਂ ਦੇ ਨਾਲ ਰਹਿੰਦਾ ਸੀ। ਉਹ 12 ਪ੍ਰਿੰਸੈਸ ਦੇ ਨਾਲ ਇੱਕ ਬਹੁਤ ਹੀ ਵੱਡੇ ਤੇ ਸੋਹਣੇ ਘਰ ਵਿੱਚ ਰਹਿੰਦਾ ਸੀ। ਰਾਜਾ ਆਪਣੀਆਂ ਧੀਆਂ ਦਾ ਪੂਰੇ ਦਿਲ ਨਾਲ ਖਿਆਲ ਰੱਖਦਾ ਸੀ ਅਤੇ ਜਦੋਂ ਵੀ ਉਹ ਰਾਤ ਨੂੰ ਸੌਣ ਜਾਂਦੀਆਂ ਸੀ ਤਾਂ ਉਹ ਕਿਸੇ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦਾ ਸੀ। ਪਰ ਹਰ ਸਵੇਰੇ ਜਦੋਂ ਵੀ ਉਹ ਉੱਠਦੀਆਂ ਸੀ ਤਾਂ ਕੁਝ ਨਾ ਕੁਝ ਅਜੀਬ ਹੋ ਜਾਂਦਾ ਸੀ। ਇੰਜ ਲੱਗਦਾ ਸੀ ਜਿਵੇਂ ਉਹਨਾਂ ਪ੍ਰਿੰਸੈਸਿਸ ਦੀਆਂ ਜੁੱਤੀਆਂ ਨੂੰ ਕਿਸੇ ਨੇ ਸਾਰੀ ਰਾਤ ਪਾ ਕੇ ਨੱਚ ਕੇ ਰੱਖ ਦਿੱਤਾ ਹੋਵੇ। ਉਸ ਰਾਜਾ ਨੂੰ ਆਪਣੀ ਧੀਆਂ ਦੇ ਲਈ ਹਰ ਰੋਜ਼ ਨਵੀਆਂ ਜੁੱਤੀਆਂ ਖਰੀਦਣੀਆਂ ਪੈਂਦੀਆਂ ਸੀ ਅਤੇ ਅਗਲੇ ਹੀ ਦਿਨ ਉਹ ਸਾਰੀਆਂ ਜੁੱਤੀਆਂ ਫਿਰ ਤੋਂ ਇਸਤੇਮਾਲ ਕੀਤੀਆਂ ਹੁੰਦੀਆਂ ਸੀ। ਨਾ ਤੇ ਰਾਜਾ ਤੇ ਨਾ ਹੀ ਉਹਨਾਂ ਦੇ ਮਹਿਲ ਦੇ ਸਿਪਾਹੀ ਇਸ ਜੁੱਤੀਆਂ ਦੇ ਰਾਜ਼ ਨੂੰ ਸੁਲਝਾ ਪਾ ਰਹੇ ਸੀ। ਇਹ ਕਿਵੇਂ ਹੋ ਸਕਦਾ ਹੈ? ਕਿਵੇਂ ਇਹ ਜੁੱਤੀਆਂ ਦੀਆਂ ਜੋੜੀਆਂ ਇੱਕ ਹੀ ਰਾਤ ਵਿੱਚ ਪਾਈਆਂ ਹੋਈਆਂ ਲੱਗ ਰਹੀਆਂ ਹਨ? ਹੁਜ਼ੂਰ, ਸਾਨੂੰ ਵੀ ਸਮਝ ਨਹੀਂ ਆ ਰਿਹਾ। ਅਖੀਰ 'ਚ ਰਾਜਾ ਨੇ ਕਿਹਾ, ਜੋ ਵੀ ਕੋਈ ਮੇਰੀ ਬੇਟੀਆਂ ਦੀਆਂ ਜੁੱਤੀਆਂ ਦਾ ਰਾਜ਼ ਸੁਲਝਾਵੇਗਾ ਉਸ ਦਾ ਵਿਆਹ ਮੈਂ ਆਪਣੀ ਕਿਸੇ ਵੀ ਇੱਕ ਧੀ ਨਾਲ ਕਰਵਾ ਦਿਆਂਗਾ। ਉਸ ਨੂੰ ਆਪਣਾ ਜਵਾਈ ਬਣਾ ਲਵਾਂਗਾ ਤੇ ਮੇਰੇ ਮਰਨ ਤੋਂ ਬਾਅਦ ਉਹੀ ਰਾਜਾ ਬਣੇਗਾ ਤੇ ਉਸ ਬੰਦੇ ਦੇ ਕੋਲ ਸਿਰਫ 3 ਦਿਨ ਤੇ 3 ਰਾਤਾਂ ਦਾ ਸਮਾਂ ਹੋਵੇਗਾ, ਨਹੀਂ ਤਾਂ ਉਸ ਨੂੰ ਆਪਣੀ ਬਾਕੀ ਜ਼ਿੰਦਗੀ ਜੇਲ੍ਹ ਵਿੱਚ ਕੱਟਣੀ ਪਵੇਗੀ। ਉਸ ਰਾਜ ਦੇ ਬਹੁਤ ਸਾਰੇ ਨੌਜਵਾਨ ਅਤੇ ਦੂਜੇ ਦੇਸ਼ਾਂ ਦੇ ਰਾਜਕੁਮਾਰ ਵੀ ਮਹਿਲ ਵਿੱਚ ਇਸ ਕੰਮ ਦੇ ਲਈ ਆਏ। ਕਈ ਦਿਨਾਂ ਤੱਕ ਉਹ ਉਹਨਾਂ 12 ਪ੍ਰਿੰਸੈਸ ਦੇ ਕਮਰੇ ਦੇ ਦਰਵਾਜ਼ੇ ਦੇ ਬਾਹਰ ਪਹਿਰਾ ਲਾਈ ਬੈਠੇ ਰਹੇ, ਪਰ ਸਮਾਂ ਗੁਜ਼ਰਦਾ ਗਿਆ ਤੇ ਕੋਈ ਵੀ ਇਸ ਰਾਜ਼ ਨੂੰ ਸੁਲਝਾ ਨਹੀਂ ਸਕਿਆ ਤੇ ਜੁੱਤੀਆਂ ਇਸੇ ਤਰ੍ਹਾਂ ਹਰ ਰਾਤ ਨੂੰ ਪਾਈਆਂ ਹੋਈਆਂ ਹੁੰਦੀਆਂ ਸਨ। ਆਖਰਕਾਰ ਇੱਕ ਨੇਕ ਦਿਲ ਦਾ ਨੌਜਵਾਨ ਇਸ ਕੰਮ ਦੇ ਲਈ ਅੱਗੇ ਆਇਆ ਤੇ ਫਿਰ ਉਹ ਮਹਿਲ ਦੇ ਵੱਲ ਚੱਲ ਪਿਆ। ਰਸਤੇ ਵਿੱਚ ਉਹ ਇੱਕ ਬੁੱਢੀ ਜਨਾਨੀ ਨੂੰ ਮਿਲਿਆ ਜੋ ਬਹੁਤ ਹੀ ਗਰੀਬ ਨਜ਼ਰ ਆ ਰਹੀ ਸੀ। ਮੇਰੇ ਪਿਆਰੇ ਪੁੱਤਰ, ਮੈਨੂੰ ਬਹੁਤ ਭੁੱਖ ਲੱਗੀ ਹੈ, ਕੀ ਤੂੰ ਮੈਨੂੰ ਖਾਣ ਲਈ ਕੁਝ ਦੇਵੇਂਗਾ? ਉਸ ਗੱਭਰੂ ਨੌਜਵਾਨ ਨੇ ਆਪਣੇ ਬੈਗ ਵਿੱਚ ਪਿਆ ਸਾਰਾ ਖਾਣਾ ਉਸ ਗਰੀਬ ਬੁੱਢੀ ਜਨਾਨੀ ਨੂੰ ਦੇ ਦਿੱਤਾ। ਉਹ ਜਨਾਨੀ ਬਹੁਤ ਖੁਸ਼ ਹੋ ਗਈ ਕਿਉਂਕਿ ਉਸ ਤੋਂ ਪਹਿਲਾਂ ਉੱਥੋਂ ਜਿੰਨੇ ਵੀ ਲੋਕੀ ਗੁਜ਼ਰੇ ਸਨ ਉਹਨਾਂ ਵਿੱਚੋਂ ਕਿਸੇ ਨੇ ਵੀ ਉਸ ਨੂੰ ਕੁਝ ਨਹੀਂ ਦਿੱਤਾ ਸੀ। ਉਹ ਜਨਾਨੀ ਜਾਣਦੀ ਸੀ ਕਿ ਇਹ ਨੌਜਵਾਨ ਬਾਕੀ ਲੋਕਾਂ ਨਾਲੋਂ ਵੱਖ ਹੈ, ਇਸ ਲਈ ਉਸਨੇ ਖਾਣੇ ਦੇ ਬਦਲੇ ਉਸ ਨੌਜਵਾਨ ਨੂੰ ਇੱਕ ਜਾਦੂਈ ਕੇਪ ਦਿੱਤਾ। ਇਹ ਜਾਦੂਈ ਕੇਪ ਨੂੰ ਲੈ ਲੈ ਅਤੇ ਜਦੋਂ ਵੀ ਤੂੰ ਇਹਨੂੰ ਪਾਵੇਂਗਾ ਤੂੰ ਅਦ੍ਰਿਸ਼ ਹੋ ਜਾਵੇਂਗਾ। ਜਦੋਂ ਰਾਤ ਨੂੰ 12 ਵੱਜਣਗੇ ਤਾਂ ਤੂੰ ਇਸ ਕੇਪ ਨੂੰ ਪਾ ਕੇ ਗਾਇਬ ਹੋ ਜਾਵੀਂ। ਇਸ ਤਰ੍ਹਾਂ ਤੂੰ ਉਹਨਾਂ ਜੁੱਤੀਆਂ ਦੇ ਰਾਜ਼ ਨੂੰ ਸੁਲਝਾਉਣ ਵਿੱਚ ਕਾਮਯਾਬ ਹੋ ਜਾਵੇਂਗਾ। ਪਰ ਧਿਆਨ ਰਵੇ, ਉਹ ਪ੍ਰਿੰਸੈਸਿਸ ਤੈਨੂੰ ਕੁਝ ਵੀ ਪੀਣ ਨੂੰ ਦੇਣ ਤਾਂ ਉਹਨੂੰ ਨਾ ਪੀਵੀਂ। ਉਹ ਨੌਜਵਾਨ ਉਸ ਕੇਪ ਨੂੰ ਲੈ ਕੇ ਮਹਿਲ ਦੇ ਵੱਲ ਚੱਲ ਪਿਆ ਅਤੇ ਜਦੋਂ ਉਹ ਮਹਿਲ ਵਿੱਚ ਪਹੁੰਚਿਆ ਉਸਨੇ ਕਿਹਾ ਕਿ ਉਹ ਜੁੱਤੀਆਂ ਦੇ ਰਾਜ਼ ਨੂੰ ਸੁਲਝਾਉਣ ਆਇਆ ਹੈ। ਪਹਿਲੇ ਦਿਨ ਜਦੋਂ ਉਹਨਾਂ ਪ੍ਰਿੰਸੈਸ ਦੇ ਦਰਵਾਜ਼ੇ ਦੇ ਬਾਹਰ ਪਹਿਰਾ ਦੇ ਰਿਹਾ ਸੀ ਉਦੋਂ ਹੀ ਸਭ ਤੋਂ ਵੱਡੀ ਪ੍ਰਿੰਸੈਸ ਇੱਕ ਗਲਾਸ ਵਿੱਚ ਨਿੰਬੂ ਸ਼ਰਬਤ ਲੈ ਕੇ ਬਾਹਰ ਆਈ। ਤੁਹਾਨੂੰ ਪਿਆਸ ਲੱਗੀ ਹੋਵੇਗੀ ਨਾ? ਅਸੀਂ ਇਹ ਨਿੰਬੂ ਸ਼ਰਬਤ ਖਾਸ ਤੁਹਾਡੇ ਲਈ ਬਣਾਇਆ ਹੈ, ਇਹਨੂੰ ਸਵੀਕਾਰ ਕਰੋ। ਉਹ ਨੌਜਵਾਨ ਉਸ ਬੁੱਢੀ ਜਨਾਨੀ ਦੀ ਚੇਤਾਵਨੀ ਨੂੰ ਭੁੱਲ ਗਿਆ ਅਤੇ ਉਸਨੇ ਉਹ ਸ਼ਰਬਤ ਪੀ ਲਿਆ। ਸ਼ਰਬਤ ਨੂੰ ਪੀਂਦੇ ਸਾਰ ਉਹ ਗਹਿਰੀ ਨੀਂਦ ਵਿੱਚ ਚਲਾ ਗਿਆ। ਪੂਰੀ ਰਾਤ ਉਹ ਖਰਾਟੇ ਮਾਰਦੇ ਹੋਏ ਇੱਕ ਕਮਰੇ ਵਿੱਚ ਸੌਂ ਗਿਆ ਜੋ ਉਹਨਾਂ ਪ੍ਰਿੰਸੈਸ ਨੇ ਉਹਦੇ ਲਈ ਬਣਾ ਕੇ ਰੱਖਿਆ ਹੋਇਆ ਸੀ। ਜਦੋਂ ਸਵੇਰ ਹੋਈ ਤਾਂ ਉਹ ਨੌਜਵਾਨ ਡਰ ਕੇ ਖੜਾ ਹੋ ਗਿਆ। ਮੈਂ ਤਾਂ ਜਾਦੂਈ ਕੇਪ ਪਾ ਕੇ ਰਾਜਕੁਮਾਰੀ ਦੇ ਕਮਰੇ ਵਿੱਚ ਜਾਣਾ ਸੀ। ਦੂਜੀ ਰਾਤ ਉਹ ਫਿਰ ਤੋਂ ਪ੍ਰਿੰਸੈਸ ਦੇ ਕਮਰੇ ਦੇ ਬਾਹਰ ਪਹਿਰਾ ਦੇ ਰਿਹਾ ਸੀ। ਇਸ ਵਾਰ ਦੂਜੀ ਪ੍ਰਿੰਸੈਸ ਸ਼ਰਬਤ ਲੈ ਕੇ ਬਾਹਰ ਆਈ। ਉਸ ਨੌਜਵਾਨ ਨੂੰ ਪਹਿਰਾ ਦਿੰਦੇ ਦਿੰਦੇ ਕਾਫੀ ਪਿਆਸ ਲੱਗ ਰਹੀ ਸੀ ਅਤੇ ਉਹ ਰਾਤ ਦਾ ਇੰਤਜ਼ਾਰ ਕਰ ਰਿਹਾ ਸੀ। ਬਿਨਾਂ ਸੋਚੇ ਉਸਨੇ ਉਹ ਸ਼ਰਬਤ ਪੀ ਲਿਆ ਅਤੇ ਉਹ ਫਿਰ ਤੋਂ ਗਹਿਰੀ ਨੀਂਦ ਵਿੱਚ ਚਲਾ ਗਿਆ। ਅਗਲੀ ਸਵੇਰ ਜਦ ਉਹ ਜਾਗਿਆ ਤਾਂ ਉਸ ਨੂੰ ਉਸ ਬੁੱਢੀ ਜਨਾਨੀ ਦੀ ਗੱਲ ਯਾਦ ਆ ਗਈ। ਪਰ ਧਿਆਨ ਰਵੇ, ਉਹ ਪ੍ਰਿੰਸੈਸਿਸ ਤੈਨੂੰ ਕੁਝ ਵੀ ਪੀਣ ਨੂੰ ਦੇਣ ਤਾਂ ਉਹਨੂੰ ਨਾ ਪੀਵੀਂ। ਜ਼ਰੂਰ ਉਸ ਸ਼ਰਬਤ ਵਿੱਚ ਰਾਜਕੁਮਾਰੀ ਨੇ ਨੀਂਦ ਦੀ ਦਵਾਈ ਮਿਲਾਈ ਹੋਣੀ। ਉਸੇ ਵੇਲੇ ਰਾਜਾ ਉੱਥੇ ਪਹੁੰਚਿਆ।
2 ਦਿਨ ਬੀਤ ਗਏ ਤੇ ਤੂੰ ਹਾਲੇ ਤੱਕ ਉਹਨਾਂ ਜੁੱਤੀਆਂ ਦੇ ਰਾਜ਼ ਨੂੰ ਨਹੀਂ ਸੁਲਝਾਇਆ। ਜੇ ਤੂੰ ਅੱਜ ਰਾਤ ਵੀ ਇਹਨੂੰ ਨਹੀਂ ਸੁਲਝਾਇਆ ਤਾਂ ਤੈਨੂੰ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਕੱਟਣੀ ਪਏਗੀ। ਰਾਜਾ ਇਹ ਗੱਲ ਕਹਿ ਕੇ ਉੱਥੋਂ ਚਲਾ ਗਿਆ। ਉਸ ਨੌਜਵਾਨ ਨੂੰ ਅੱਜ ਕਿਸੇ ਵੀ ਕੀਮਤ ਤੇ ਉਸ ਰਾਜ਼ ਨੂੰ ਸੁਲਝਾਉਣਾ ਸੀ। ਉਸੇ ਰਾਤ ਆਖਰੀ ਵਾਰ ਉਹ ਫੇਰ ਤੋਂ ਪ੍ਰਿੰਸੈਸ ਦੇ ਕਮਰੇ ਦੇ ਬਾਹਰ ਪਹਿਰਾ ਦੇਣ ਲੱਗਿਆ। ਇਸ ਵਾਰ ਸਭ ਤੋਂ ਛੋਟੀ ਪ੍ਰਿੰਸੈਸ ਸੰਤਰੇ ਦਾ ਸ਼ਰਬਤ ਲੈ ਕੇ ਬਾਹਰ ਆਈ, ਪਰ ਇਸ ਵਾਰ ਉਹ ਨੌਜਵਾਨ ਚੁਕੰਨਾ ਸੀ ਅਤੇ ਜਦੋਂ ਪ੍ਰਿੰਸੈਸ ਉੱਥੋਂ ਚਲੀ ਗਈ ਉਸਨੇ ਉਸ ਸ਼ਰਬਤ ਨੂੰ ਗਮਲੇ ਵਿੱਚ ਸੁੱਟ ਦਿੱਤਾ। ਅੱਧੀ ਰਾਤ ਹੋ ਗਈ ਸੀ। ਉਸ ਨੌਜਵਾਨ ਨੇ ਜਾਦੂਈ ਕੇਪ ਪਾਇਆ ਅਤੇ ਗਾਇਬ ਹੋ ਗਿਆ। ਹੌਲੀ ਜਿਹੇ ਉਹਨੇ ਪ੍ਰਿੰਸੈਸ ਦੇ ਕਮਰੇ ਦਾ ਬੂਹਾ ਖੋਲ੍ਹਿਆ ਤੇ ਉਸਨੇ ਜੋ ਵੇਖਿਆ ਉਹ ਵੇਖ ਕੇ ਹੈਰਾਨ ਹੋ ਗਿਆ। ਸਾਰੀਆਂ ਪ੍ਰਿੰਸੈਸ ਆਪਣੇ ਸਭ ਤੋਂ ਸੋਹਣੇ ਬਾਲ ਗਾਊਨਸ ਪਾ ਕੇ, ਵਾਲਾਂ ਨੂੰ ਸੰਵਾਰ ਕੇ, ਮੇਕਅਪ ਕਰਕੇ ਨਵੀਆਂ ਜੁੱਤੀਆਂ ਪਾਈਆਂ ਹੋਈਆਂ ਸੀ। ਚਲੋ ਵੇਖਦੇ ਹਾਂ ਕਿ ਉਹ ਨੌਜਵਾਨ ਸੌਂ ਗਿਆ ਕਿ ਨਹੀਂ। ਇੱਕ ਪ੍ਰਿੰਸੈਸ ਨੇ ਦਰਵਾਜ਼ਾ ਖੋਲ੍ਹ ਕੇ ਬਾਹਰ ਝਾਂਕਿਆ ਅਤੇ ਦੂਜੀ ਨੇ ਦੀਵਾਰ ਤੇ ਆਪਣੇ ਕੰਨ ਲਾਏ। ਉਸੇ ਵੇਲੇ ਉਸ ਨੌਜਵਾਨ ਨੂੰ ਧਿਆਨ ਆਇਆ ਕਿ ਉਹਨੂੰ ਖਰਾਟਿਆਂ ਦੀ ਆਵਾਜ਼ ਕਰਨੀ ਹੋਵੇਗੀ। ਸਭ ਤੋਂ ਵੱਡੀ ਪ੍ਰਿੰਸੈਸ ਨੇ ਬੈੱਡ ਨੂੰ ਇੱਕ ਪਾਸੇ ਸਰਕਾ ਦਿੱਤਾ ਅਤੇ 3 ਵਾਰ ਤਾੜੀ ਵਜਾਈ। ਬੈੱਡ ਦੇ ਦੂਜੇ ਪਾਸਿਓਂ ਇੱਕ ਲੁਕਿਆ ਹੋਇਆ ਰਸਤਾ ਖੁੱਲ ਗਿਆ। ਉਸ ਨੌਜਵਾਨ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਇੱਕ ਕਰਕੇ ਸਾਰੀ ਪ੍ਰਿੰਸੈਸ ਉਸ ਰਸਤੇ ਤੋਂ ਬਾਹਰ ਗਈਆਂ ਅਤੇ ਨੌਜਵਾਨ ਵੀ ਉਹਨਾਂ ਦੇ ਪਿੱਛੇ ਚਲਾ ਗਿਆ। ਇਹ ਲੁਕਿਆ ਹੋਇਆ ਰਸਤਾ ਪੌੜੀਆਂ ਦੇ ਵੱਲ ਜਾ ਰਿਹਾ ਸੀ, ਜਿੱਥੋਂ 100 ਪੌੜੀਆਂ ਥੱਲੇ ਵੱਲ ਜਾ ਰਹੀਆਂ ਸਨ। ਉਦੋਂ ਹੀ ਉਸ ਨੌਜਵਾਨ ਦਾ ਪੈਰ ਗਲਤੀ ਨਾਲ ਇੱਕ ਪ੍ਰਿੰਸੈਸ ਦੀ ਸਕਰਟ ਤੇ ਪੈ ਗਿਆ। ਓਹ, ਕਿਸੇ ਨੇ ਮੇਰੀ ਸਕਰਟ ਤੇ ਪੈਰ ਰੱਖਿਆ। ਓਹੋ, ਪਾਗਲ ਉਤੋਂ ਹੀ ਹੋਣੀ। ਜਦੋਂ ਪੌੜੀਆਂ ਖਤਮ ਹੋ ਗਈਆਂ ਤਾਂ ਉਹ ਜੰਗਲ ਵਿੱਚ ਪਹੁੰਚ ਗਈਆਂ। ਉਹ ਉੱਚੇ ਦਰਖਤਾਂ ਵਿੱਚੋਂ ਗੁਜ਼ਰ ਰਹੀਆਂ ਸਨ, ਜਿਨ੍ਹਾਂ ਦੀਆਂ ਸੋਹਣੀਆਂ ਚਿੱਟੀਆਂ ਡਾਲਾਂ ਸਨ। ਨੌਜਵਾਨ ਨੇ ਇੱਕ ਡਾਲ ਤੋੜੀ ਤੇ ਉਹਨਾਂ ਦਾ ਪਿੱਛਾ ਕੀਤਾ। ਕਾਫੀ ਸਮਾਂ ਚੱਲਣ ਤੋਂ ਬਾਅਦ ਉਹ ਸਾਰੀਆਂ ਪ੍ਰਿੰਸੈਸ ਇੱਕ ਨਦੀ ਕਿਨਾਰੇ ਜਾ ਕੇ ਰੁਕ ਗਈਆਂ। ਉਸ ਨਦੀ ਵਿੱਚ 12 ਕਸ਼ਤੀਆਂ ਸਨ, ਜਿਨ੍ਹਾਂ ਵਿੱਚ 12 ਪ੍ਰਿੰਸ ਉਹਨਾਂ ਦੀ ਰਾਹ ਵੇਖ ਰਹੇ ਸੀ। ਉਹ ਸਾਰੀਆਂ ਪ੍ਰਿੰਸੈਸ ਕਸ਼ਤੀ ਵਿੱਚ ਜਾ ਕੇ ਬਹਿ ਗਈਆਂ ਅਤੇ ਉਹ ਨੌਜਵਾਨ ਆਖਰੀ ਕਸ਼ਤੀ ਵਿੱਚ ਬਹਿ ਗਿਆ। ਕਿਸ਼ਤੀ ਅੱਜ ਕੁਝ ਭਾਰੀ ਲੱਗ ਰਹੀ ਹੈ, ਜਿਵੇਂ ਕੋਈ ਹੋਰ ਵੀ ਇਹਦੇ ਵਿੱਚ ਬੈਠਿਆ ਹੋਵੇ। ਅਜੀਬ ਹੈ। ਸੁਪਨੇ ਵੇਖਣਾ ਬੰਦ ਕਰ। ਨਦੀ ਪਾਰ ਕਰਕੇ ਉਹ ਸਾਰੇ ਇੱਕ ਵੱਡੇ ਚਮਕਦਾਰ ਮਹਿਲ ਵਿੱਚ ਪਹੁੰਚੇ ਅਤੇ ਉਹਨਾਂ ਨੂੰ ਅੰਦਰੋਂ ਸੰਗੀਤ ਸੁਣਾਈ ਦੇ ਰਿਹਾ ਸੀ। ਜਦੋਂ ਉਸ ਨੌਜਵਾਨ ਨੇ ਬਾਰੀ ਤੋਂ ਤੱਕਿਆ, ਉਸਨੇ ਵੇਖਿਆ ਕਾਫੀ ਲੋਕ ਅੰਦਰ ਨੱਚ ਰਹੇ ਸੀ। ਜਿਵੇਂ ਹੀ ਸਾਰੀਆਂ ਪ੍ਰਿੰਸੈਸ ਮਹਿਲ ਦੇ ਅੰਦਰ ਗਈਆਂ, ਉਹ ਨੱਚਣ ਲੱਗੀਆਂ। ਉਹ ਨੱਚਦੇ ਨੱਚਦੇ ਥੱਕ ਗਈਆਂ, ਪਰ ਫਿਰ ਵੀ ਨੱਚਦੀਆਂ ਰਹੀਆਂ ਅਤੇ ਇਸੇ ਲਈ ਉਹਨਾਂ ਦੀਆਂ ਜੁੱਤੀਆਂ ਪਾਈਆਂ ਹੋਈਆਂ ਲੱਗ ਰਹੀਆਂ ਸੀ। ਨੌਜਵਾਨ ਆਪਣੀ ਭੁੱਖ ਨੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ, ਇਸੇ ਲਈ ਉਸਨੇ ਟੇਬਲ ਤੇ ਪਿਆ ਕੇਕ ਦਾ ਟੁਕੜਾ ਚੁੱਕ ਕੇ ਖਾ ਲਿਆ। ਸਭ ਤੋਂ ਛੋਟੀ ਪ੍ਰਿੰਸੈਸ ਨੇ ਇਹ ਵੇਖਿਆ। ਮੇਰਾ ਕੇਕ ਹਵਾ ਵਿੱਚ ਉੱਡ ਰਿਹਾ ਹੈ, ਜਿਵੇਂ ਕੋਈ ਅਦ੍ਰਿਸ਼ ਇਨਸਾਨ ਉਹਨੂੰ ਖਾ ਰਿਹਾ ਹੋਵੇ। ਬਕਵਾਸ ਬੰਦ ਕਰ। ਨੌਜਵਾਨ ਨੇ ਸਭ ਦੀਆਂ ਨਜ਼ਰਾਂ ਬਚਾ ਕੇ ਸੁਨਹਿਰਾ ਕੱਪ ਟੇਬਲ ਤੋਂ ਚੁੱਕਿਆ। ਪ੍ਰਿੰਸੈਸਿਸ ਸਵੇਰ ਹੋਣ ਤੱਕ ਨੱਚਦੀਆਂ ਰਹੀਆਂ। ਫਿਰ ਉਹ ਕਿਸ਼ਤੀ 'ਚ ਬਹਿ ਕੇ ਨਦੀ ਪਾਰ ਕਰ ਗਈਆਂ। ਜੰਗਲਾਂ ਵਿੱਚੋਂ ਗੁਜ਼ਰਦੇ ਹੋਏ, ਪੌੜੀਆਂ ਤੋਂ ਚੜ੍ਹਦੇ ਹੋਏ, ਆਖਰਕਾਰ ਉਹ ਆਪਣੇ ਮਹਿਲ ਵਿੱਚ ਫਿਰ ਤੋਂ ਪਹੁੰਚ ਗਈਆਂ, ਪਰ ਉਹਨਾਂ ਦੀਆਂ ਜੁੱਤੀਆਂ ਫਿਰ ਤੋਂ ਪਾਈਆਂ ਹੋਈਆਂ ਸੀ। ਉਹ ਨੌਜਵਾਨ ਬਹੁਤ ਖੁਸ਼ ਹੋਇਆ ਕਿਉਂਕਿ ਉਸਨੇ ਆਖਰ ਪਾਈਆਂ ਹੋਈਆਂ ਜੁੱਤੀਆਂ ਦਾ ਰਾਜ਼ ਜੋ ਸੁਲਝਾ ਲਿਆ ਸੀ। ਕੁਝ ਦੇਰ ਬਾਅਦ ਰਾਜਾ ਉਸ ਨੌਜਵਾਨ ਦੇ ਕੋਲ ਗਿਆ। ਤੇਰਾ ਵਕਤ ਅੱਜ ਖਤਮ ਹੋ ਗਿਆ। ਕੀ ਤੂੰ ਇਸ ਰਾਜ਼ ਨੂੰ ਸਮਝ ਸਕਿਆ? ਜੀ ਹਾਂ ਹੁਜ਼ੂਰ, ਮੈਨੂੰ ਪਤਾ ਚੱਲ ਗਿਆ। ਤੇ ਫਿਰ ਉਸਨੇ ਰਾਜਾ ਨੂੰ ਸਾਰੀ ਹਕੀਕਤ ਦੱਸੀ। ਰਾਜਾ ਨੇ ਪਹਿਲਾਂ ਉਹਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ, ਪਰ ਜਦੋਂ ਨੌਜਵਾਨ ਨੇ ਰਾਜਾ ਨੂੰ ਜੰਗਲ ਤੋਂ ਲਿੱਤੀ ਹੋਈ ਚਿੱਟੀ ਡਾਲ ਤੇ ਚਮਕਦਾਰ ਮਹਿਲ ਤੋਂ ਲਿੱਤਾ ਹੋਇਆ ਸੁਨਹਿਰਾ ਕੱਪ ਵਿਖਾਇਆ ਤਾਂ ਰਾਜਾ ਨੂੰ ਯਕੀਨ ਹੋ ਗਿਆ ਕਿ ਉਹ ਸੱਚ ਬੋਲ ਰਿਹਾ ਸੀ। ਅਤੇ ਫਿਰ ਰਾਜਾ ਨੇ ਆਪਣਾ ਵਚਨ ਨਿਭਾਉਂਦੇ ਹੋਏ ਉਸ ਨੌਜਵਾਨ ਨੂੰ
ਆਪਣੀ ਪਸੰਦ ਦੀ ਪ੍ਰਿੰਸੈਸ ਚੁਣ ਕੇ ਉਸ ਦੇ ਨਾਲ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ। ਨੌਜਵਾਨ ਨੇ ਕਿਹਾ ਕਿ ਉਹਨੂੰ ਸਭ ਤੋਂ ਛੋਟੀ ਪ੍ਰਿੰਸੈਸ ਨਾਲ ਵਿਆਹ ਕਰਨਾ ਹੈ। ਉਹ 12 ਪ੍ਰਿੰਸੈਸਸ ਖੁਸ਼ ਨਹੀਂ ਸੀ ਕਿਉਂਕਿ ਉਹਨਾਂ ਦਾ ਰਾਜ਼ ਹੁਣ ਸਭ ਨੂੰ ਪਤਾ ਚੱਲ ਗਿਆ ਸੀ। ਪਰ ਉਹ ਨੌਜਵਾਨ ਅਤੇ ਛੋਟੀ ਪ੍ਰਿੰਸੈਸ ਵਿਆਹ ਕਰਕੇ ਹੱਸਦੇ ਖੇਡਦੇ ਆਪਣੀ ਜ਼ਿੰਦਗੀ ਗੁਜ਼ਾਰਨ ਲੱਗੇ। ਇੱਕ ਸਮੇਂ ਦੀ ਗੱਲ ਹੈ, ਇੱਕ ਬਹੁਤ ਅਮੀਰ ਆਦਮੀ ਸੀ। ਉਹਨਾਂ ਦੀਆਂ 3 ਬੇਟੀਆਂ ਸੀ, ਜਿਹਦੇ ਚੋਂ 2 ਬਹੁਤ ਹੀ ਲਾਲਚੀ ਅਤੇ ਮਤਲਬੀ ਸੀ। ਪਰ ਉਹਨਾਂ ਦੀ ਤੀਜੀ ਬੇਟੀ ਦੇ ਦਿਲ ਵਿੱਚ ਢੇਰ ਸਾਰਾ ਪਿਆਰ ਸੀ। ਇੱਕ ਦਿਨ ਪਿਓ ਨੂੰ ਖਬਰ ਮਿਲੀ ਕਿ ਉਹਨਾਂ ਦੇ ਕੁਝ ਜਹਾਜ਼ ਤੂਫਾਨ ਦੀ ਵਜ੍ਹਾ ਨਾਲ ਸਮੁੰਦਰ ਵਿੱਚ ਡੁੱਬ ਗਏ ਨੇ। ਉਸ ਵਿਚਾਰੇ ਦਾ ਸਭ ਕੁਝ ਖਤਮ ਹੋ ਗਿਆ, ਸਿਵਾਏ ਜਿਸ ਘਰ ਵਿੱਚ ਉਹ ਰਹਿੰਦੇ ਸੀ। ਦੋਵੇਂ ਲਾਲਚੀ ਭੈਣਾਂ ਇਸ ਗੱਲ ਤੋਂ ਜ਼ਰਾ ਪਰੇਸ਼ਾਨ ਸੀ। ਉਸ ਪੂਰਾ ਦਿਨ ਉਹ ਬਸ ਬੈਠੇ-ਬੈਠੇ ਚੰਗਾ ਮੰਦਾ ਬੋਲ ਰਹੀਆਂ ਸੀ। ਘਰ ਦਾ ਸਾਰਾ ਕੰਮ ਬਿਊਟੀ ਹੀ ਕਰ ਰਹੀ ਸੀ। ਕੁਝ ਸਮੇਂ ਬਾਅਦ ਪਿਤਾ ਜੀ ਨੂੰ ਪਤਾ ਚੱਲਿਆ ਕਿ ਉਹਨਾਂ ਦਾ ਇੱਕ ਜਹਾਜ਼ ਸਮੁੰਦਰ ਕੰਢੇ ਪਹੁੰਚ ਗਿਆ ਹੈ। ਉਹ ਉਹਦੇ ਕੋਲ ਜਾਣ ਦੀ ਤਿਆਰੀ ਕਰਨ ਲੱਗੇ। ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਬੇਟੀਆਂ ਨੂੰ ਪੁੱਛਿਆ, ਤੁਹਾਡੇ ਤਿੰਨਾਂ ਦੇ ਵਾਸਤੇ ਅਸੀਂ ਕੀ ਲਿਆਈਏ? ਡਰੈਸ, ਸ਼ੂਜ਼, ਨੈਕਲੈਸ ਅਤੇ ਬ੍ਰੇਸਲੇਟਸ। ਤੇ ਤੇਰੇ ਲਈ ਬਿਊਟੀ ਕੁਛ ਤਾਂ ਮੰਗ। ਬਸ ਇੱਕ ਗੁਲਾਬ ਦਾ ਫੁੱਲ ਡੈਡੀ। ਪਿਤਾ ਜੀ ਇੱਕ ਲੰਮਾ ਸਫ਼ਰ ਤੈਅ ਕਰਕੇ ਉਸ ਜਹਾਜ਼ ਤੱਕ ਪਹੁੰਚੇ। ਨਾ ਉਸ ਵਿੱਚ ਕੋਈ ਸਮਾਨ ਸੀ, ਨਾ ਹੀ ਉਹ ਜਹਾਜ਼ ਕੰਮਦਾ ਰਹਿ ਗਿਆ ਸੀ। ਉਦਾਸ ਅਤੇ ਥੱਕੇ ਹਾਰੇ ਉਹ ਵਾਪਸ ਘਰ ਨੂੰ ਮੁੜ ਪਏ। ਹਨੇਰਾ ਹੁੰਦੇ ਹੁੰਦੇ ਉਹ ਇੱਕ ਜੰਗਲ ਵਿੱਚ ਪਹੁੰਚੇ। ਸੁਨਸਾਨ ਪਿਆ ਸੀ ਅਤੇ ਠੰਡ ਵੀ ਸੀ। ਬਰਫ਼ ਪੈ ਰਹੀ ਸੀ। ਕਈ ਘੰਟਿਆਂ ਤੱਕ ਉਹ ਤੁਰਦੇ ਰਹੇ, ਬਰਫ਼ ਦੇ ਉੱਤੇ ਵੀ। ਅਖੀਰ ਇੱਕ ਜਗ੍ਹਾ ਉਹਨਾਂ ਨੂੰ ਇੱਕ ਕੈਸਲ ਦਿਖਿਆ, ਜਿਹਦੇ ਵਿੱਚ ਲਾਈਟਾਂ ਜਲ ਰਹੀਆਂ ਸੀ। ਉਹ ਮਦਦ ਦੀ ਉਮੀਦ ਵਿੱਚ ਅੰਦਰ ਗਏ। ਕੁਝ ਅਜੀਬ ਸੀ ਉਹ ਕੈਸਲ। ਸਾਰੇ ਪਾਸੇ ਲਾਈਟਾਂ ਜਲ ਰਹੀਆਂ ਸੀ। ਡਾਈਨਿੰਗ ਟੇਬਲ ਤੇ ਖਾਣਾ ਵੀ ਲੱਗਿਆ ਸੀ ਅਤੇ ਚਿਮਨੀ ਵੀ ਜਲ ਰਹੀ ਸੀ। ਮਗਰ ਇਨਸਾਨ ਇੱਕ ਵੀ ਨਜ਼ਰ ਨਹੀਂ ਆ ਰਿਹਾ ਸੀ। ਉਹਨਾਂ ਨੇ ਆਵਾਜ਼ ਵੀ ਲਗਾਈ, ਪਰ ਕੋਈ ਜਵਾਬ ਨਹੀਂ। ਕਦੋਂ ਤੱਕ ਰੁਕਦੇ? ਭੁੱਖ ਬੜੀ ਲੱਗੀ ਸੀ। ਉਹਨਾਂ ਨੇ ਖਾਣਾ ਖਾਇਆ ਅਤੇ ਇੱਕ ਸੋਹਣੇ ਜਿਹੇ ਬੈੱਡ ਤੇ ਸੋ ਗਏ। ਜਦੋਂ ਉਹ ਸਵੇਰੇ ਉੱਠੇ, ਉਹਨਾਂ ਨੂੰ ਪਾਣ ਵਾਸਤੇ ਤਾਜ਼ੇ ਕੱਪੜੇ ਤਿਆਰ ਮਿਲੇ। ਥੱਲੇ ਗਏ ਤਾਂ ਸ਼ਾਨਦਾਰ ਬ੍ਰੇਕਫਾਸਟ ਤਿਆਰ ਸੀ। ਇਹ ਜ਼ਰੂਰ ਕਿਸੇ ਪਰੀ ਦਾ ਕੈਸਲ ਹੋਵੇਗਾ, ਵਰਨਾ ਕੋਈ ਕਿਸੇ ਦੀ ਐਨੀ ਮਦਦ ਕਰਦਾ ਹੈ। ਉਹ ਮਿਲੇ ਤਾਂ ਮੈਂ ਥੈਂਕ ਯੂ ਬੋਲਾਂਗਾ ਮਿਲਕਰ। ਕੈਸਲ ਚੋਂ ਨਿਕਲਦੇ ਹੋਏ ਉਹਨਾਂ ਨੂੰ ਗਾਰਡਨ ਵਿੱਚ ਗੁਲਾਬ ਦਿਖਿਆ। ਉਹਨਾਂ ਨੇ ਸੋਚਿਆ, ਮੈਂ ਆਪਣੀ ਦੋਨਾਂ ਬੇਟੀਆਂ ਵਾਸਤੇ ਤਾਂ ਕੁਝ ਨਹੀਂ ਲੈ ਕੇ ਜਾ ਰਿਹਾ, ਘੱਟ ਤੋਂ ਘੱਟ ਬਿਊਟੀ ਵਾਸਤੇ ਤਾਂ ਲੈ ਜਾਵਾਂ। ਜਿੱਦਾਂ ਹੀ ਉਹਨਾਂ ਨੇ ਇੱਕ ਗੁਲਾਬ ਤੋੜਿਆ, ਧਰਤੀ ਹਿੱਲਣ ਲੱਗੀ ਅਤੇ ਹਵਾ ਤੇਜ਼ ਹੋ ਗਈ। ਪੇੜਾਂ ਦੇ ਵਿੱਚੋਂ ਇੱਕ ਰਾਖਸ਼ਸ ਵਰਗਾ ਦਿਖਣ ਵਾਲਾ ਬੀਸਟ ਨਿਕਲ ਕੇ ਆਇਆ। ਪਿਤਾ ਜੀ ਦਾ ਸਿਰ ਚੱਕਰਾਣ ਲੱਗਾ ਉਹਨੂੰ ਦੇਖ ਕੇ। ਮੈਂ ਤੈਨੂੰ ਖਾਣਾ ਦਿੱਤਾ, ਕੱਪੜੇ ਦਿੱਤੇ, ਰਹਿਣ ਦੀ ਜਗ੍ਹਾ ਦਿੱਤੀ, ਤੇ ਤੁਸੀਂ ਮੇਰੇ ਗੁਲਾਬ ਤੋੜਦੇ ਹੋ। ਇਹ ਸ਼ਰਾਫਤ ਹੈ ਤੁਹਾਡੀ। ਪਿਤਾ ਜੀ ਉਹਨੂੰ ਸੌਰੀ ਕਹਿੰਦੇ ਰਹੇ ਅਤੇ ਦੱਸਿਆ ਕਿ ਉਹ ਇੱਕ ਗੁਲਾਬ ਆਪਣੀ ਬੇਟੀ ਵਾਸਤੇ ਲੈ ਕੇ ਜਾਣਾ ਚਾਹੁੰਦੇ ਸੀ। ਜੋ ਤੁਸੀਂ ਕੀਤਾ ਉਹਦੀ ਸਜ਼ਾ ਤੇ ਮਿਲੇਗੀ। ਮੈਨੂੰ ਮਾਫ ਕਰ ਦਿਓ। ਮੈਂ ਤੁਹਾਨੂੰ ਇੱਕ ਹੀ ਸ਼ਰਤ ਨਾਲ ਮਾਫ ਕਰ ਸਕਦਾ।
ਬੀਸਟ ਨੇ ਪਿਓ ਨੂੰ ਬੋਲਿਆ, ਤੁਹਾਡੀ 3 ਧੀਆਂ ਨੇ, ਜੇ ਉਹਨਾਂ ਚੋਂ ਇੱਕ ਮੇਰੇ ਨਾਲ ਰਹਿਣ ਲਗੇ ਤਾਂ ਮੈਂ ਤੈਨੂੰ ਜ਼ਿੰਦਾ ਰਹਿਣ ਦਿਆਂਗਾ। ਦਿਲ ਤੇ ਬੋਝ ਲੈ ਕੇ ਪਿਤਾ ਜੀ ਘਰ ਵੱਲ ਤੁਰ ਪਏ। ਘਰ ਪਹੁੰਚਣ ਤੇ ਦੋਨੋਂ ਮਤਲਬੀ ਭੈਣਾਂ ਨੇ ਪਿਤਾ ਜੀ ਦੀ ਕਹਾਣੀ ਸੁਣੀ, ਪਰ ਬੀਸਟ ਦੀ ਸ਼ਰਤ ਨੂੰ ਅਣਸੁਣਾ ਕਰ ਦਿੱਤਾ। ਬਿਊਟੀ ਉਹਨਾਂ ਤੋਂ ਵੱਖਰੀ ਸੀ। ਡੈਡੀ, ਜੇ ਤੁਸੀਂ ਹਾਂ ਕਹੋ ਤਾਂ ਬੀਸਟ ਦੇ ਕੋਲ ਮੈਂ ਚਲੀ ਜਾਣੀ ਹਾਂ। ਦੋਨੋਂ ਮਤਲਬੀ ਭੈਣਾਂ ਖੁਸ਼ ਹੋ ਗਈਆਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੈਸੇ ਵੀ ਸਾਰੀ ਗਲਤੀ ਬਿਊਟੀ ਦੀ ਹੀ ਸੀ। ਉਦਾਸ ਅਤੇ ਮਜਬੂਰ ਪਿਤਾ ਜੀ ਬਿਊਟੀ ਨੂੰ ਲੈ ਕੇ ਕੈਸਲ ਵੱਲ ਨਿਕਲੇ। ਪਹੁੰਚ ਕੇ ਵੇਖਿਆ ਕਿ ਸਭ ਕੁਝ ਪਹਿਲਾਂ ਵਰਗਾ ਹੀ ਸੀ। ਟੇਬਲ ਤੇ ਖਾਣਾ ਸੀ ਅਤੇ ਕੋਈ ਨਜ਼ਰ ਨਹੀਂ ਆ ਰਿਹਾ ਸੀ। ਉਹਨਾਂ ਨੇ ਖਾਣਾ ਖਾਣਾ ਸ਼ੁਰੂ ਹੀ ਕੀਤਾ ਸੀ ਕਿ ਬੀਸਟ ਉੱਥੇ ਪਹੁੰਚਿਆ। ਉਹਨੂੰ ਦੇਖਦੇ ਹੀ ਬਿਊਟੀ ਦੀ ਹਾਲਤ ਖਰਾਬ ਹੋ ਗਈ, ਕਿਉਂਕਿ ਬੀਸਟ ਉਨਾ ਹੀ ਭਿਆਨਕ ਸੀ ਜਿੰਨਾ ਪਿਤਾ ਜੀ ਨੇ ਉਹਨੂੰ ਦੱਸਿਆ ਸੀ। ਬੀਸਟ ਨੇ ਬਹੁਤ ਨਮਰਤਾ ਦੇ ਨਾਲ ਪੁੱਛਿਆ, ਕੀ ਤੂੰ ਇੱਥੇ ਆਪਣੀ ਮਰਜ਼ੀ ਨਾਲ ਆਈ ਹੈ? ਹਾਂ। ਤਾਂ ਕੱਲ ਸਵੇਰੇ ਤੇਰੇ ਪਿਤਾ ਜੀ ਇੱਥੋਂ ਚਲੇ ਜਾਣਗੇ ਤੇ ਕਦੀ ਨਹੀਂ ਮੁੜेंगे। ਬਿਊਟੀ ਅਗਲੀ ਸਵੇਰ ਉੱਠੀ ਤਾਂ ਪਿਤਾ ਜੀ ਜਾ ਚੁੱਕੇ ਸੀ ਅਤੇ ਸ਼ਾਨਦਾਰ ਬ੍ਰੇਕਫਾਸਟ ਉਹਦੀ ਉਡੀਕ ਕਰ ਰਿਹਾ ਸੀ। ਉਹ ਕੁਝ ਦੇਰ ਗਾਰਡਨ ਵਿੱਚ ਘੁੰਮ ਰਹੀ ਸੀ। ਗੁਲਾਬ ਦੇਖਦੇ ਹੀ ਉਹ ਉਦਾਸ ਹੋ ਗਈ। ਫਿਰ ਉਹ ਕੈਸਲ ਦੇ ਅੰਦਰ ਗਈ। ਇੱਕ ਬੂਹਾ ਗੁਲਾਬ ਨਾਲ ਭਰਿਆ ਸੀ। ਉਹਨੂੰ ਸਮਝ ਨਹੀਂ ਆਇਆ ਉਹ ਉਹਦੇ ਅੰਦਰ ਗਈ। ਬਹੁਤ ਸੋਹਣੇ ਤਰੀਕੇ ਨਾਲ ਉਸ ਰੂਮ ਨੂੰ ਸਜਾਇਆ ਗਿਆ ਸੀ। ਉਹਦੇ ਵਿੱਚ ਕਿਤਾਬਾਂ, ਫੁੱਲ ਅਤੇ ਮਿਊਜ਼ੀਕਲ ਇਨਸਟਰੂਮੈਂਟ ਸੀ। ਉਹਨੂੰ ਲੱਗਿਆ ਕਿ ਜਿਹੜਾ ਰੂਮ ਨੂੰ ਇਸ ਤਰ੍ਹਾਂ ਸਜਾ ਸਕਦਾ ਹੈ ਉਹ ਕਿਸੇ ਨੂੰ ਸੱਟ ਨਹੀਂ ਪੁਜਾ ਸਕਦਾ। ਫਿਰ ਉਹਨੇ ਇੱਕ ਕਿਤਾਬ ਚੁੱਕੀ। ਉਹਦੇ ਵਿੱਚ ਗੋਲਡਨ ਲੈਟਰਸ ਨਾਲ ਲਿਖਿਆ ਸੀ, ਸਾਹਿਬਾ, ਤੁਹਾਡੀ ਖੁਆਇਸ਼ ਮੇਰੀ ਲਈ ਹੁਕਮ ਹੈ। ਕਾਸ਼ ਮੈਂ ਡੈਡੀ ਨੂੰ ਹੁਣੇ ਦੇਖ ਪਾਂਦੀ। ਜਿੱਦਾਂ ਹੀ ਬਿਊਟੀ ਨੇ ਬੋਲਿਆ, ਉਹਨੂੰ ਸ਼ੀਸ਼ੇ ਵਿੱਚ ਪਿਤਾ ਜੀ ਦਿਖੇ। ਬਿਊਟੀ ਬਹੁਤ ਖੁਸ਼ ਹੋਈ। ਉਹਦੇ ਪਿਤਾ ਜੀ ਉਹਦੇ ਸਾਹਮਣੇ ਜੋ ਸੀ, ਉਸੇ ਰਾਤ ਡਿਨਰ ਦੇ ਸਮੇਂ ਬੀਸਟ ਫੇਰ ਆਇਆ। ਕਿ ਮੈਂ ਤੁਹਾਨੂੰ ਦੇਖ ਸਕਦਾ ਹਾਂ ਬਿਊਟੀ? ਇਹ ਕੈਸਲ ਤੁਹਾਡਾ ਹੈ, ਮੈਨੂੰ ਕਿਉਂ ਪੁੱਛ ਰਹੇ ਹੋ? ਨਹੀਂ, ਹੁਣ ਇਹ ਸਭ ਤੁਹਾਡਾ ਹੈ। ਤੁਸੀਂ ਚਾਹੋ ਤਾਂ ਮੈਂ ਹੁਣੇ ਨਿਕਲ ਜਾਵਾਂ ਇੱਥੋਂ। ਬਿਊਟੀ ਨੂੰ ਬਹੁਤ ਅਚਰਜ ਹੋਇਆ ਇਹ ਸੁਣ ਕੇ। ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਕਿ ਮੈਂ ਸੱਚੀ ਹੀ ਬਦਸੂਰਤ ਹਾਂ? ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਬੋਲੇ। ਫਿਰ ਉਹਨੇ ਸਿਰ ਹਿਲਾ ਕੇ ਹਾਮੀ ਭਰੀ। ਤਾਂ ਮੇਰੇ ਨਾਲ ਵਿਆਹ ਕਰੇਂਗੀ? ਇਸ ਵਾਰੀ ਬਿਊਟੀ ਜਰਾ ਸਖਤੀ ਨਾਲ ਬੋਲ ਪਈ, ਨਹੀਂ। ਬੀਸਟ ਵਾਪਸ ਮੁੜ ਕੇ ਚਲਾ ਗਿਆ, ਉਦਾਸ, ਕੱਲਾ। ਹਰ ਰੋਜ਼ ਡਿਨਰ ਦੇ ਵੇਲੇ ਬੀਸਟ ਬਿਊਟੀ ਨੂੰ ਮਿਲਦਾ ਸੀ ਅਤੇ ਉਹਦੀ ਕਾਫੀ ਦੇਖਭਾਲ ਕਰਦਾ ਸੀ। ਏਦਾਂ ਹੀ ਦਿਨ ਗੁਜ਼ਰਦੇ ਰਹੇ ਅਤੇ ਬਿਊਟੀ ਨੂੰ ਬੀਸਟ ਦੀ ਆਦਤ ਜਿਹੀ ਪੈ ਗਈ ਸੀ। ਕਾਸ਼ ਇਹ ਜਰਾ ਸੋਹਣੇ ਹੁੰਦੇ। ਕੁਝ ਮਹੀਨੇ ਹੋਰ ਗੁਜ਼ਰੇ। ਹੁਣ ਬਿਊਟੀ ਨੂੰ ਬੀਸਟ ਤੋਂ ਕੋਈ ਡਰ ਨਹੀਂ ਸੀ, ਬਲਕਿ ਉਹਨੂੰ ਉਹ ਪਸੰਦ ਆਣ ਲੱਗਾ ਸੀ। ਇੱਕ ਦਿਨ ਉਹਨੂੰ ਸ਼ੀਸ਼ੇ ਵਿੱਚ ਆਪਣੇ ਪਿਤਾ ਜੀ ਬਿਮਾਰ ਦਿਸੇ। ਉਹ ਬੀਸਟ ਦੇ ਕੋਲ ਗਈ ਘਰ ਜਾਣ ਲਈ ਪੁੱਛਣ, ਕਿਉਂਕਿ ਉਹਨੂੰ ਆਪਣੇ ਪਿਤਾ ਜੀ ਦੀ ਦੇਖਭਾਲ ਕਰਨੀ ਸੀ। ਬਿਲਕੁਲ ਤੁਸੀਂ ਜਾ ਸਕਦੇ ਹੋ, ਪਰ ਜੇ ਤੁਸੀਂ ਵਾਪਸ ਨਹੀਂ ਆਏ ਸ਼ਾਇਦ ਮੈਂ ਦੁੱਖ ਨਾਲ ਮਰ ਜਾਵਾਂਗਾ। ਮੈਂ ਇੱਕ ਹਫ਼ਤੇ ਵਿੱਚ ਵਾਪਸ ਆ ਜਾਵਾਂਗੀ। ਬੀਸਟ ਨੇ ਬਿਊਟੀ ਨੂੰ ਇੱਕ ਮੁੰਦਰੀ ਦਿੱਤੀ। ਉਹਨੂੰ ਜੇ ਉਹ ਸੌਂਦੇ ਵੇਲੇ ਉਤਾਰ ਦਵੇ, ਉਹ ਉੱਠੇਗੀ ਸਿੱਧਾ ਕੈਸਲ ਦੇ ਅੰਦਰ।
ਅਗਲੀ ਸਵੇਰ ਉਹ ਆਪਣੇ ਪਿਤਾ ਜੀ ਦੇ ਘਰ ਵਿੱਚ ਆਪਣੇ ਪੁਰਾਣੇ ਬੈੱਡ ਤੇ ਜਾਗੀ। ਉਹ ਆਪਣੇ ਡੈਡੀ ਨੂੰ ਵੇਖ ਕੇ ਬਹੁਤ ਖੁਸ਼ ਹੋਈ ਅਤੇ ਉਹਦੇ ਡੈਡੀ ਦੀ ਅੱਧੀ ਬਿਮਾਰੀ ਭੱਜ ਗਈ ਉਹਨੂੰ ਮਿਲ ਕੇ। ਦੁਪਹਿਰ ਨੂੰ ਬਿਊਟੀ ਦੀਆਂ ਭੈਣਾਂ, ਜਿਨ੍ਹਾਂ ਦਾ ਹੁਣ ਵਿਆਹ ਹੋ ਚੁੱਕਾ ਸੀ, ਪਿਤਾ ਜੀ ਨੂੰ ਮਿਲਣ ਆਈਆਂ। ਘਰ ਵਿੱਚ ਬਿਊਟੀ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਗੁੱਸਾ ਆਇਆ। ਉਹਨਾਂ ਨੇ ਉਹਨੂੰ ਉਲਝਣ ਵਿੱਚ ਫਸਾਉਣ ਦੀ ਠਾਣ ਲਈ। ਉਹਨੂੰ ਇੱਧਰ ਇੱਕ ਹਫ਼ਤਾ ਹੋਰ ਰੋਕ ਲੈਂਦੇ ਹਾਂ, ਬੀਸਟ ਗੁੱਸੇ ਵਿੱਚ ਆਏਗਾ ਅਤੇ ਉਹਨੂੰ ਮਾਰ ਦੇਵੇਗਾ। ਦੋਨੋਂ ਭੈਣਾਂ ਬਿਊਟੀ ਕੋਲ ਜਾ ਕੇ ਰੋਣ ਲੱਗੀਆਂ ਅਤੇ ਕਿਹਾ ਕਿ ਉਹਨਾਂ ਨੂੰ ਵੱਖ-ਵੱਖ ਨਹੀਂ ਰਹਿਣਾ। ਬਿਊਟੀ ਨੇ ਫੈਸਲਾ ਕਰ ਲਿਆ ਇੱਕ ਹੋਰ ਹਫ਼ਤਾ ਉੱਥੇ ਰਹਿਣ ਦਾ। ਕੁਝ ਦਿਨਾਂ ਵਿੱਚ ਹੀ ਬਿਊਟੀ ਨੂੰ ਬੀਸਟ ਦੀ ਯਾਦ ਆਉਣ ਲੱਗ ਪਈ। ਇੱਕ ਰਾਤ ਉਹਨੇ ਬੀਸਟ ਨੂੰ ਆਪਣੇ ਗਾਰਡਨ ਵਿੱਚ ਬੇਜਾਨ ਜਿਹਾ ਪਿਆ ਹੋਇਆ ਵੇਖਿਆ। ਉਹ ਇੱਕਦਮ ਘਬਰਾ ਉੱਠੀ। ਮੈਂ ਕਿੰਨੀ ਮਤਲਬੀ ਬਣ ਰਹੀ ਹਾਂ। ਉਹਨੇ ਉਸੇ ਵੇਲੇ ਆਪਣੀ ਮੁੰਦਰੀ ਕੱਢ ਕੇ ਰੱਖ ਦਿੱਤੀ ਅਤੇ ਅਗਲੀ ਸਵੇਰ ਉਹ ਬੀਸਟ ਦੀ ਕੈਸਲ ਵਿੱਚ ਉੱਠੀ। ਉਹ ਦਿਨ ਭਰ ਬੀਸਟ ਦਾ ਰਸਤਾ ਦੇਖਦੀ ਰਹੀ, ਪਰ ਉਹਦੀ ਕੋਈ ਖਬਰ ਨਹੀਂ। ਘੰਟੋਂ ਪਰੇਸ਼ਾਨ ਰਹੀ, ਪਰ ਬੀਸਟ ਦੀ ਕੋਈ ਖਬਰ ਨਹੀਂ। ਇੱਕਦਮ ਤੋਂ ਉਹ ਗਾਰਡਨ ਵਿੱਚ ਗਈ। ਬੀਸਟ ਉੱਥੇ ਹੀ ਪਿਆ ਸੀ, ਬਿਲਕੁਲ ਓਦਾਂ ਹੀ ਜਿੱਦਾਂ ਸੁਪਨੇ ਵਿੱਚ ਦੇਖਿਆ ਸੀ ਉਹਨੇ। ਬਿਊਟੀ ਭੱਜ ਕੇ ਗਈ ਉਹਦੇ ਕੋਲ ਅਤੇ ਉਹਨੂੰ ਗਲੇ ਲਾ ਲਿਆ। ਬੀਸਟ ਦਾ ਦਿਲ ਧੜਕ ਰਿਹਾ ਸੀ। ਉਹਨੇ ਬੜੀ ਮੁਸ਼ਕਿਲ ਨਾਲ ਅੱਖਾਂ ਖੋਲੀਆਂ ਤੇ ਕੁਝ ਕਿਹਾ। ਮੈਨੂੰ ਲੱਗਿਆ ਸੀ ਤੁਸੀਂ ਨਹੀਂ ਆਓਗੇ ਸਾਹਿਬਾ, ਤਾਂ ਹੀ ਮੈਂ ਖਾਣਾ ਪੀਣਾ ਛੱਡ ਦਿੱਤਾ ਸੀ ਤੇ ਮੈਂ ਮਰਨ ਦੀ ਉਡੀਕ ਕਰ ਰਿਹਾ ਸੀ। ਪਰ ਮੈਂ ਤਾਂ ਤੈਨੂੰ ਚਾਹੁੰਦੀ ਹਾਂ, ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਉਸੇ ਪਲ ਕੁਝ ਜਾਦੂ ਜਿਹਾ ਹੋਣ ਲੱਗਿਆ। ਕੈਸਲ ਦੀ ਖੂਬਸੂਰਤੀ 2 ਗੁਣਾ ਹੋ ਗਈ। ਬਿਊਟੀ ਨੇ ਚਮਕਦੀਆਂ ਅੱਖਾਂ ਨਾਲ ਚਾਰੋਂ ਪਾਸੇ ਵੇਖਿਆ ਅਤੇ ਫਿਰ ਜਦੋਂ ਬੀਸਟ ਵੱਲ ਮੁੜੀ ਉਹ, ਤੇ ਉੱਥੇ ਇੱਕ ਗੱਭਰੂ ਜਵਾਨ ਤੇ ਸੋਹਣਾ ਪ੍ਰਿੰਸ ਸੀ। ਉਹਨੂੰ ਦੇਖਦੇ ਹੀ ਬਿਊਟੀ ਨੂੰ ਰੋਣਾ ਆ ਗਿਆ। ਤੁਸੀਂ ਕੌਣ ਹੋ? ਬੀਸਟ ਸੀ ਇੱਥੇ, ਉਹ ਕਿੱਥੇ ਗਏ? ਪ੍ਰਿੰਸ ਉੱਠ ਕੇ ਬੋਲਿਆ, ਮੈਂ ਹੀ ਉਹ ਬੀਸਟ ਹਾਂ। ਇੱਕ ਡਾਇਨ ਨੇ ਮੇਰੇ ਉੱਤੇ ਜਾਦੂ ਕਰਕੇ ਮੈਨੂੰ ਇੱਕ ਭਿਆਨਕ ਬੀਸਟ ਬਣਾ ਦਿੱਤਾ ਸੀ। ਜੇ ਤੁਸੀਂ ਮੈਨੂੰ ਵਿਆਹ ਲਈ ਨਹੀਂ ਪੁੱਛਦੇ, ਮੈਨੂੰ ਪੂਰੀ ਜ਼ਿੰਦਗੀ ਬੀਸਟ ਬਣ ਕੇ ਹੀ ਕੱਟਣੀ ਪੈਂਦੀ। ਬਿਊਟੀ ਇਹ ਸੁਣ ਕੇ ਬਹੁਤ ਖੁਸ਼ ਹੋਈ। ਸੱਚੇ ਦਿਲ ਨਾਲ ਉਹਨੂੰ ਸੱਚਾ ਪਿਆਰ ਜੋ ਮਿਲਿਆ। ਬਿਊਟੀ ਅਤੇ ਪ੍ਰਿੰਸ ਨੇ ਵਿਆਹ ਕੀਤਾ ਅਤੇ ਹਮੇਸ਼ਾ ਖੁਸ਼ੀ-ਖੁਸ਼ੀ ਰਹੇ। ਇੱਕ ਸਮੇਂ ਦੀ ਗੱਲ ਹੈ, ਇੱਕ ਪਤੀ ਤੇ ਪਤਨੀ ਦਾ ਜੋੜਾ ਸੀ। ਉਹਨਾਂ ਦੇ ਕੋਈ ਜਵਾਕ ਨਹੀਂ ਸੀ, ਪਰ ਉਹਨਾਂ ਨੂੰ ਇੱਕ ਬੇਟੀ ਦੀ ਬੜੀ ਇੱਛਾ ਸੀ। ਕੁਝ ਦਿਨਾਂ ਬਾਅਦ ਉਹਨਾਂ ਨੂੰ ਜਵਾਕ ਹੋਣ ਵਾਲਾ ਸੀ। ਇੱਕ ਦਿਨ ਉਹਨਾਂ ਨੂੰ ਬਾਰੀ ਦੇ ਬਾਹਰ ਇੱਕ ਲੈਟਿਊਸ ਗਾਰਡਨ ਦਿਖਿਆ। ਉਦੋਂ ਤੋਂ ਉਹਨੂੰ ਉੱਥੋਂ ਲੈਟਿਊਸ ਖਾਣ ਦੀ ਇੱਛਾ ਹੋਈ। ਪਤਾ ਨਹੀਂ ਕਦੋਂ ਮੈਂ ਉਹ ਲੈਟਿਊਸ ਖਾ ਪਾਵਾਂਗੀ। ਉਹਨਾਂ ਦੀ ਭੁੱਖ ਘੱਟ ਹੋਣ ਲੱਗੀ ਅਤੇ ਤਬੀਅਤ ਵੀ ਖਰਾਬ ਰਹਿਣ ਲੱਗੀ। ਇੱਕ ਦਿਨ ਉਹਨਾਂ ਦੇ ਪਤੀ ਨੂੰ ਬੜੀ ਫਿਕਰ ਹੋਈ ਅਤੇ ਉਹਨਾਂ ਨੇ ਵਾਅਦਾ ਕੀਤਾ ਕਿ ਉਹ ਉਹਦੇ ਲਈ ਮੁੱਠੀ ਭਰ ਲੈਟਿਊਸ ਲੈ ਕੇ ਆਵੇਗਾ। ਤੂੰ ਫਿਕਰ ਨਾ ਕਰ, ਮੈਂ ਤੇਰੇ ਲਈ ਲੈਟਸ ਲੈ ਆਵਾਂਗਾ। ਪਰ ਉਹਦੇ ਵਿੱਚ ਬਹੁਤ ਖਤਰਾ ਹੈ। ਉਹ ਘਰ ਸੀ ਇੱਕ ਡਾਇਨ ਦਾ ਅਤੇ ਉਹਦੇ ਚਾਰੋਂ ਪਾਸੇ ਉੱਚੀਆਂ-ਉੱਚੀਆਂ ਕੰਧਾਂ ਸੀ, ਜਿਹਦੇ ਉੱਤੇ ਚੜ੍ਹਨ ਦੀ ਕੋਈ ਸੋਚਦਾ ਵੀ ਨਹੀਂ ਸੀ। ਉਹ ਪੂਰਾ ਜ਼ੋਰ ਲਾ ਕੇ ਉਸ ਕੰਧ ਤੇ ਚੜ੍ਹਿਆ। ਗਾਰਡਨ ਵਿੱਚ ਗਏ ਅਤੇ ਉਹਨਾਂ ਨੇ ਮੁੱਠੀ ਭਰ ਕੇ ਲੈਟਿਊਸ ਕੱਢਿਆ। ਉਹਨਾਂ ਦੀ ਪਤਨੀ ਨੇ ਬੜੇ ਚਾਅ ਨਾਲ ਲੈਟਿਊਸ ਖਾਧਾ ਅਤੇ ਚੰਗਾ ਮਹਿਸੂਸ ਕਰਨ ਲੱਗੀ। ਪਰ ਇੱਕ ਮੁੱਠੀ
ਲੈਟਿਊਸ ਨਾਲ ਉਹਦਾ ਜੀ ਨਹੀਂ ਭਰਿਆ। ਅਗਲੇ ਦਿਨ ਉਹਨਾਂ ਦੇ ਪਤੀ ਫੇਰ ਉਸ ਗਾਰਡਨ ਵਿੱਚ ਆਏ, ਪਰ ਇਸ ਵਾਰੀ ਉਹ ਡਾਇਨ ਉੱਥੇ ਹੀ ਖੜੀ ਸੀ। ਐਨੀ ਹਿੰਮਤ ਕਿ ਮੇਰੇ ਗਾਰਡਨ ਵਿੱਚ ਆ ਕੇ ਮੇਰੇ ਲੈਟਿਊਸ ਚੋਰੀ ਕਰਦੇ ਹੋ। ਮੇਰੀ ਪਤਨੀ ਪੇਟ ਸੇ ਹੈ ਤੇ ਉਹਨੂੰ ਤੁਹਾਡੇ ਲੈਟਸ ਬਹੁਤ ਪਸੰਦ ਨੇ। ਤੂੰ ਮੈਨੂੰ ਪੁੱਛ ਤਾਂ ਸਕਦਾ ਸੀ। ਅਸੀਂ ਸਾਰੇ ਤੁਹਾਡੇ ਤੋਂ ਡਰਦੇ ਹਾਂ। ਲੱਗਿਆ ਸੀ ਤੁਸੀਂ ਹਾਂ ਨਹੀਂ ਕਹੋਗੇ। ਮੈਨੂੰ ਮਾਫ ਕਰ ਦੇਵੋ। ਮਾਫ ਕਰ ਦਵਾਂ? ਤੈਨੂੰ ਤਾਂ ਸਜ਼ਾ ਮਿਲੇਗੀ। ਜੇ ਮੇਰੀ ਪਤਨੀ ਨੇ ਲੈਟਸ ਨਹੀਂ ਖਾਧਾ ਤਾਂ ਉਹ ਬਿਮਾਰ ਹੋ ਜਾਵੇਗੀ ਤੇ ਬੱਚੇ ਨੂੰ ਵੀ ਬੜੀ ਪਰੇਸ਼ਾਨੀ ਹੋਵੇਗੀ। ਪਲੀਜ਼। ਫੇਰ ਕਿਉਂ ਨਾ ਇੱਕ ਸੌਦਾ ਕਰੀਏ? ਤੈਨੂੰ ਜਿੰਨਾ ਚਾਹੀਦਾ ਇੱਥੋਂ ਲੈਟਿਊਸ ਲੈ ਜਾ, ਪਰ ਇੱਕ ਸ਼ਰਤ ਤੇ। ਤੁਹਾਡੇ ਬੱਚੇ ਦਾ ਜਨਮ ਹੁੰਦੇ ਹੀ ਮੈਨੂੰ ਦੇ ਦਵੋਗੇ। ਡਰ ਦੇ ਮਾਰੇ ਉਹਨਾਂ ਨੇ ਹਾਂ ਕਹਿ ਦਿੱਤਾ। ਕੁਝ ਦਿਨਾਂ ਬਾਅਦ ਕੁੜੀ ਹੋਈ ਅਤੇ ਡਾਇਨ ਆ ਕੇ ਉਹਨੂੰ ਲੈ ਗਈ। ਉਹਨੇ ਉਹਦਾ ਨਾਮ ਰੱਖਿਆ ਰੈਪੁਨਜ਼ਲ, ਕਿਉਂਕਿ ਜਿਹੜੇ ਲੈਟਿਊਸ ਉਹਦੀ ਮਾਂ ਖਾਂਦੀ ਸੀ ਉਹਨਾਂ ਦਾ ਨਾਮ ਵੀ ਉਹੀ ਸੀ। ਉਸ ਡਾਇਨ ਨੇ ਰੈਪੁਨਜ਼ਲ ਦਾ ਬੜਾ ਖਿਆਲ ਰੱਖਿਆ। 16 ਸਾਲ ਦੀ ਹੁੰਦੇ ਹੁੰਦੇ ਉਹ ਬੜੀ ਸੋਹਣੀ ਹੋ ਚੁੱਕੀ ਸੀ। ਉਹਦਾ ਘਰ ਜੰਗਲ ਦੇ ਵਿੱਚ ਇੱਕ ਬਹੁਤ ਉੱਚੀ ਇਮਾਰਤ ਵਿੱਚ ਸੀ ਅਤੇ ਇਸ ਇਮਾਰਤ ਵਿੱਚ ਪੌੜੀਆਂ ਨਹੀਂ ਸੀ, ਸਿਰਫ ਉੱਪਰ ਇੱਕ ਬਾਰੀ ਸੀ। ਡਾਇਨ ਨੇ ਕਦੇ ਵੀ ਇਸ ਮੁਟਿਆਰ ਦੇ ਵਾਲ ਨਹੀਂ ਕੱਟੇ ਸੀ। ਉਹਨੂੰ ਮਿਲਣ ਆਂਦੀ ਤਾਂ ਥੱਲੇ ਤੋਂ ਆਵਾਜ਼ ਦਿੰਦੀ, ਰੈਪੁਨਜ਼ਲ, 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 ਆਪਣੇ ਸੋਨੇ ਵਰਗੇ ਬਾਲ ਤਾਂ ਥੱਲੇ ਕਰ, ਤੁਹਾਡੀ ਮੰਮੀ ਹਾਂ। ਆਪਣੀ ਬਾਰੀ ਚੋਂ ਰੈਪੁਨਜ਼ਲ ਆਪਣੇ ਸੋਨੇ ਵਰਗੇ ਬਾਲ ਥੱਲੇ ਕੱਢਦੀ ਅਤੇ ਉਸ ਦੇ ਸਹਾਰੇ ਇਹ ਡਾਇਨ ਉੱਪਰ ਚੜ ਜਾਂਦੀ। ਇਹ ਸਾਲਾਂ ਤੱਕ ਚੱਲਦਾ ਰਿਹਾ। ਇੱਕ ਦਿਨ ਉਸ ਜੰਗਲ ਵਿੱਚ ਇੱਕ ਪ੍ਰਿੰਸ ਆਇਆ ਸ਼ਿਕਾਰ ਕਰਨ ਅਤੇ ਉਹਨੇ ਇੱਕ ਸੁਰੀਲੀ ਆਵਾਜ਼ ਨੂੰ ਸੁਣਿਆ, ਗਾਣਾ ਗਾਉਂਦੇ। ਕਿੰਨੀ ਸੁਰੀਲੀ ਆਵਾਜ਼ ਹੈ। ਉਹਨੇ ਸੋਚਿਆ ਅਤੇ ਆਵਾਜ਼ ਵੱਲ ਨੂੰ ਤੁਰ ਪਿਆ। ਰੈਪੁਨਜ਼ਲ ਦੀ ਇਮਾਰਤ ਦੇ ਕੋਲ ਆ ਕੇ ਉਹਨੇ ਖੱਬੇ ਦੇਖਿਆ, ਫਿਰ ਸੱਜੇ, ਪਰ ਕੋਈ ਪੌੜੀ ਵੋੜੀ ਨਜ਼ਰ ਨਹੀਂ ਆਈ। ਉਹ ਆਵਾਜ਼ ਹਰ ਰੋਜ਼ ਪ੍ਰਿੰਸ ਨੂੰ ਉੱਥੇ ਖਿੱਚ ਕੇ ਲੈ ਆਂਦੀ ਸੀ, ਪਰ ਉੱਪਰ ਚੜ੍ਹਨਾ ਨਹੀਂ ਹੋ ਸਕਿਆ। ਇੱਕ ਰਾਤ ਇਮਾਰਤ ਦੇ ਵੱਲ ਜਾਂਦੇ ਹੋਏ ਉਹਨੂੰ ਥੱਲੇ ਡਾਇਨ ਦਿਖੀ। ਰੈਪੁਨਜ਼ਲ, ਰੈਪੁਨਜ਼ਲ, ਆਪਣੇ ਸੋਨੇ ਵਰਗੇ ਬਾਲ ਤਾਂ ਥੱਲੇ ਕਰੋ, ਤੁਹਾਡੀ ਮੰਮੀ ਹਾਂ। ਆਪਣੀ ਬਾਰੀ ਚੋਂ ਰੈਪੁਨਜ਼ਲ ਨੇ ਆਪਣੇ ਸੋਨੇ ਵਰਗੇ ਬਾਲ ਥੱਲੇ ਕੀਤੇ। ਅਗਲੇ ਦਿਨ ਸੂਰਜ ਡੁੱਬਦੇ ਹੀ ਪ੍ਰਿੰਸ ਉੱਥੇ ਗਿਆ ਅਤੇ ਆਵਾਜ਼ ਦੇ ਕੇ ਚਿल्लाया, ਰੈਪੁਨਜ਼ਲ, ਰੈਪੁਨਜ਼ਲ, ਆਪਣੇ ਸੋਨੇ ਵਰਗੇ ਬਾਲ ਥੱਲੇ ਕਰੋ, ਮੈਂ ਤੁਹਾਡੀ ਮੰਮੀ ਹਾਂ। ਆਪਣੀ ਮਾਂ ਤੋਂ ਇਲਾਵਾ ਪਹਿਲੀ ਵਾਰ ਕਿਸੇ ਮਨੁੱਖ ਨੂੰ ਦੇਖ ਕੇ ਰੈਪੁਨਜ਼ਲ ਥੋੜੀ ਡਰ ਗਈ। ਤੁਸੀਂ ਮੰਮੀ ਨਹੀਂ ਹੋ,
ਕਿਉਂ ਆਏ ਹੋ ਇੱਥੇ? ਡਰਨ ਦੀ ਕੋਈ ਗੱਲ ਨਹੀਂ ਹੈ। ਤੁਹਾਡੀ ਆਵਾਜ਼ ਸੁਣ ਕੇ ਤੁਹਾਡੀ ਆਵਾਜ਼ ਨਾਲ ਪਿਆਰ ਹੋ ਗਿਆ ਹੈ। ਆਵਾਜ਼ ਕਿਸ ਦੀ ਹੈ, ਬਸ ਇਹੀ ਵੇਚਣਾ ਹੈ। ਰੈਪੁੰਜ਼ਲ ਨੂੰ ਪ੍ਰਿੰਸ ਦੀਆਂ ਗੱਲਾਂ ਚੰਗੀਆਂ ਲੱਗੀਆਂ ਅਤੇ ਹੁਣ ਉਹਨੂੰ ਡਰ ਨਹੀਂ ਰਿਹਾ। ਕੁਝ ਸਮੇਂ ਤੋਂ ਸਭ ਕੁਝ ਸਹੀ ਚੱਲ ਰਿਹਾ ਸੀ ਅਤੇ ਡਾਇਨ ਨੂੰ ਵੀ ਕੋਈ ਭਣਕ ਨਹੀਂ ਲੱਗੀ। ਇੱਕ ਦਿਨ ਪ੍ਰਿੰਸ ਨੇ ਰੈਪੁੰਜ਼ਲ ਨਾਲ ਵਿਆਹ ਦੀ ਗੱਲ ਕੀਤੀ। ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਰੈਪੁੰਜ਼ਲ ਨੇ ਖੁਸ਼ੀ-ਖੁਸ਼ੀ ਹਾਂ ਕੀਤੀ, ਪਰ ਰੈਪੁੰਜ਼ਲ ਨੂੰ ਥੱਲੇ ਜਾਣ ਦਾ ਕੋਈ ਤਰੀਕਾ ਨਹੀਂ ਸੂਝ ਰਿਹਾ ਸੀ। ਅਚਾਨਕ ਇੱਕ ਆਈਡੀਆ ਆਇਆ। ਹਰ ਵਾਰੀ ਪ੍ਰਿੰਸ ਕੱਪੜੇ ਦਾ ਇੱਕ ਟੋਟਾ ਲੈ ਕੇ ਆਂਦਾ ਸੀ। ਰੈਪੁੰਜ਼ਲ ਉਹਨਾਂ ਨੂੰ ਜੋੜ ਕੇ ਇੱਕ ਰੱਸੀ ਬਣਾ ਰਹੀ ਸੀ। ਪਰ ਇੱਕ ਦਿਨ ਰੈਪੁੰਜ਼ਲ ਨੇ ਇੱਕ ਗਲਤੀ ਕਰ ਦਿੱਤੀ ਅਤੇ ਉਹਦੇ ਮੂੰਹ ਚੋਂ ਇੱਕ ਗੱਲ ਨਿਕਲ ਗਈ। ਮੰਮੀ, ਤੁਹਾਡੇ ਨਾਲੋਂ ਜ਼ਿਆਦਾ ਛੇਤੀ ਤਾਂ ਪ੍ਰਿੰਸ ਚੜਦਾ ਹੈ। ਪ੍ਰਿੰਸ? ਕੌਣ ਪ੍ਰਿੰਸ? ਕੌਣ ਪ੍ਰਿੰਸ? ਡਾਇਨ ਨੂੰ ਸਮਝ ਆ ਗਿਆ ਕਿ ਕੁਝ ਗੜਬੜ ਹੈ ਅਤੇ ਉਹ ਚਿল্ਲਾਣ ਲੱਗੀ, ਤੂੰ ਮੈਨੂੰ ਧੋਖਾ ਦਿੱਤਾ। ਮੈਂ ਤੈਨੂੰ ਬਾਹਰ ਦੀ ਦੁਨੀਆ ਤੋਂ ਬਚਾਉਣਾ ਚਾਹੁੰਦੀ ਸੀ। ਡਾਇਨ ਨੇ ਗੁੱਸੇ ਦੇ ਮਾਰੇ ਰੈਪੁੰਜ਼ਲ ਦੇ ਸੋਨੇ ਵਰਗੇ ਬਾਲ ਕੱਟ ਦਿੱਤੇ। ਅਤੇ ਉਹਨੂੰ ਇੱਕ ਦੂਰ ਦਰਾਜ਼ ਦੇ ਰੇਗਿਸਤਾਨ ਭੇਜ ਦਿੱਤਾ। ਉਸ ਰਾਤ ਡਾਇਨ ਘਰ ਵਿੱਚ ਪ੍ਰਿੰਸ ਦੇ ਆਉਣ ਦੀ ਉਡੀਕ ਕਰ ਰਹੀ ਸੀ। ਥੋੜੀ ਦੇਰ ਵਿੱਚ ਪ੍ਰਿੰਸ ਦੀ ਆਵਾਜ਼ ਆਈ, ਰੈਪੁੰਜ਼ਲ, ਰੈਪੁੰਜ਼ਲ, ਆਪਣੇ ਸੋਨੇ ਵਰਗੇ ਬਾਲ ਤਾਂ ਥੱਲੇ ਕਰੋ, ਤੁਹਾਡਾ ਪ੍ਰਿੰਸ ਹਾਂ। ਡਾਇਨ ਨੇ ਰੈਪੁੰਜ਼ਲ ਦੇ ਬਾਲ ਥੱਲੇ ਕਰ ਦਿੱਤੇ। ਉੱਪਰ ਕੌਣ ਹੈ ਨਾ ਜਾਣਦੇ ਹੋਏ ਪ੍ਰਿੰਸ ਚੜਨ ਲੱਗ ਪਿਆ। ਉਥੇ ਰੈਪੁੰਜ਼ਲ ਨਹੀਂ ਬਲਕਿ ਡਾਇਨ ਦਿਖੀ। ਉਹ ਸਮਝ ਗਿਆ ਕਿ ਕੁਝ ਬੁਰਾ ਹੋਇਆ ਹੈ। ਡਾਇਨ ਉਹਦੇ ਵੱਲ ਆ ਰਹੀ ਸੀ ਕਿ ਪ੍ਰਿੰਸ ਘਬਰਾ ਕੇ ਡਿੱਗ ਪਿਆ। ਹੱਲੇ ਕੁਝ ਬੂਟੇ ਸੀ ਤੇ ਪ੍ਰਿੰਸ ਬਚ ਗਿਆ, ਪਰ ਅੱਖਾਂ ਵਿੱਚ ਕੰਡੇ ਲੱਗਣ ਕਰਕੇ ਉਹ ਦੇਖ ਨਹੀਂ ਪਾ ਰਿਹਾ ਸੀ। ਬਿਨਾਂ ਦੇਖੇ ਪ੍ਰਿੰਸ ਜੰਗਲ ਵਿੱਚ ਘੁੰਮਦਾ ਰਿਹਾ ਸੀ, ਰੈਪੁੰਜ਼ਲ ਨੂੰ ਲੱਭਦੇ ਹੋਏ। ਰਸਤੇ ਵਿੱਚ ਜੋ ਵੀ ਫਲ ਮਿਲੇ ਤੋੜ ਕੇ ਖਾਦੇ। ਤੁਰਦੇ ਤੁਰਦੇ ਇੰਨੀ ਦੂਰ ਗਿਆ ਕਿ ਰੇਗਿਸਤਾਨ ਪਹੁੰਚ ਗਿਆ ਅਤੇ ਅਚਾਨਕ ਕੁਝ ਹੋਇਆ। ਇੱਕ ਸੁਰੀਲੀ ਆਵਾਜ਼ ਸੁਣਾਈ ਦਿੱਤੀ। ਉਹ ਆਵਾਜ਼ ਉਹ ਪਛਾਣਦਾ ਸੀ। ਉਹ ਉਸ ਆਵਾਜ਼ ਵੱਲ ਤੁਰਨ ਲੱਗਿਆ, ਚਿল্ਲਾਉਂਦੇ ਹੋਏ, ਰੈਪੁੰਜ਼ਲ, ਰੈਪੁੰਜ਼ਲ। ਰੈਪੁੰਜ਼ਲ ਨੇ ਪ੍ਰਿੰਸ ਦੀ ਆਵਾਜ਼ ਪਛਾਣ ਲਈ। ਪ੍ਰਿੰਸ, ਤੁਸੀਂ? ਉਹ ਉਹਦੇ ਵੱਲ ਦੌੜ ਪਈ। ਦੋਨੋਂ ਕਿੰਨੇ ਖੁਸ਼ ਹੋਏ। ਮਿਲਦੇ ਹੀ ਦੋਨੋਂ ਗਲੇ ਲੱਗੇ ਅਤੇ ਉਹ ਰੋਣ ਲੱਗ ਪਈ। ਰੈਪੁੰਜ਼ਲ ਦੇ ਹੰਝੂ ਪ੍ਰਿੰਸ ਦੀਆਂ ਅੱਖਾਂ ਉੱਤੇ ਡਿੱਗੇ ਅਤੇ ਅਚਾਨਕ ਇੱਕ ਚਮਤਕਾਰ ਹੋਇਆ ਅਤੇ ਪ੍ਰਿੰਸ ਅੱਖਾਂ ਖੋਲ ਕੇ ਦੇਖਣ ਲੱਗ ਪਿਆ। ਇਹ ਦੇਖ ਕੇ ਰੈਪੁੰਜ਼ਲ ਬਹੁਤ ਖੁਸ਼ ਹੋਈ। ਦੋਨੋਂ ਨਾਲ-ਨਾਲ ਪ੍ਰਿੰਸ ਦੇ ਕਿੰਗਡਮ ਗਏ, ਜਿੱਥੇ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਦੋਨੋਂ ਹਮੇਸ਼ਾ ਖੁਸ਼ ਰਹੇ।